ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਤੁਹਾਡਾ ਸਭ ਦਾ ਇਸ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇੱਕ ਇੰਪੋਰਟੈਂਟ ਗੱਲ ਕਰਨੀ ਹੈ, ਕਿਉਂਕਿ ਜਦੋਂ ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ ਤਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਮਿਟਸ ਹੁੰਦੇ ਨੇ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ UBC ਦੇ ਵਿੱਚ 22 ਤਰੀਕ ਵਾਲੇ ਦਿਨ ਇੱਕ ਸਮਿਟ ਹੋਇਆ ਇੰਟਰਨੈਸ਼ਨਲ ਲੈਵਲ ਦੇ ਉੱਤੇ। 40 ਦੇਸ਼ ਉਹਦੇ ਵਿੱਚ ਸ਼ਾਮਲ ਹੋਇਆ, ਜਿਹਦੇ ਵਿੱਚ 100+ ਡੈਲੀਗੇਟਸ ਸ਼ਾਮਲ ਹੋਏ ਨੇ। ਤੇ ਇਸ ਵਿੱਚ ਮਾਣ ਵਾਲੀ ਗੱਲ ਇਹ ਹੈ ਕਿ ਇੰਡੀਆ ਤੋਂ ਜਿਹੜੇ ਰਿਪਰੈਜ਼ੈਂਟ ਕਰ ਰਹੇ ਨੇ ਉਹ ਇੱਕ ਬਹੁਤ ਹੀ ਜਿਹੜੀ ਕਹਿ ਸਕਦੇ ਹਾਂ ਛੋਟੀ ਉਮਰ ਦੀ ਲੜਕੀ ਹੈ ਕਿ ਜਿਹੜੀ ਪੰਜਾਬ ਤੋਂ ਰਿਪਰੈਜ਼ੈਂਟ ਕਰ ਰਹੀ ਹੈ। ਸੋ ਪੰਜਾਬ ਨੂੰ ਤੇ ਉਸਦੇ ਨਾਲ ਮੁੱਦਾ ਚੁੱਕਿਆ ਉਹਨਾਂ ਨੇ ਕਿਸਾਨਾਂ ਦਾ, ਫਾਰਮਰਸ ਦਾ, ਉਹ ਵੀ ਉਹ ਜਿਹੜੇ ਸਰਹੱਦ ਦੇ ਉੱਤੇ ਖੇਤੀ ਕਰਦੇ ਨੇ। ਇਹ ਕਿਉਂ ਮੁੱਦਾ ਚੁੱਕਿਆ ਗਿਆ, ਕਿਉਂ ਇਹੀ ਟੌਪਿਕ ਚੁਣਿਆ ਗਿਆ, ਕੀ ਕੁਝ ਟੌਪਿਕ ਦੇ ਵਿੱਚ ਕਿਹਾ ਗਿਆ, ਤੇ ਨਾਲ ਉਹਨਾਂ ਨੂੰ ਯੰਗ ਡੈਲੀਗੇਟ ਦਾ ਅਵਾਰਡ ਵੀ ਮਿਲਿਆ। ਸੋ ਸਾਰੀਆਂ ਗੱਲਾਂ ਬਾਤਾਂ ਅੱਜ ਕਰਾਂਗੇ, ਕਿਉਂਕਿ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਹੇਜ਼ਲ। Let's welcome Hazel. Thank you. How are you doing? I'm doing great. How are you? I am doing great. First of all, welcome to Vancouver. Thank you. ਕਿਵੇਂ ਲੱਗ ਰਿਹਾ ਇੱਥੇ ਆ ਕੇ? ਬਹੁਤ ਵਧੀਆ। This is my first time in Canada and ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਮੈਂ first time Canada ਚ ਆਈ ਹਾਂ and then I was here for a summit and Canada ਆਉਂਦਿਆਂ ਸਾਰੀ I had to represent my country was really nice. And ਨਾਲ ਤੁਸੀਂ represent ਕੀਤਾ country ਨੂੰ, and also you are doing interviews. Yeah. Is that your first time doing interview or you did it before? No, I've done it before. You've done it before. Yeah. How was your experience? Nice. Really nice. Very nice. Yeah. And first of all, ਜਦੋਂ ਅਸੀਂ ਤੁਹਾਨੂੰ ਗੱਲ ਕਰਦੇ ਹਾਂ, ਤੁਹਾਡੇ ਪਹਿਲਾਂ ਪੇਰੈਂਟਸ ਨੂੰ ਥੈਂਕ ਯੂ ਕਿ ਉਹਨਾਂ ਨੇ ਤੁਹਾਨੂੰ ਜਿਹੜਾ ਉਹ ਇੰਨੀ ਖੁੱਲ੍ਹ ਦਿੱਤੀ ਹੈ ਕਿ ਤੁਸੀਂ ਜਿਹੜਾ ਉਹ ਰਿਪਰੈਜ਼ੈਂਟ ਕਰ ਸਕੋ ਆਪਣੀ ਕੰਟਰੀ ਨੂੰ। How proud you are right now? I just can't express that in words because I think that I'm not only like proud of what I've achieved, but then I'm proud of what I have represented because that's the voice of Firozpur, voice of my my state, voice of Punjab. So it's just really it's incredible. I can't express it in words. I'm just so proud. ਫਿਰੋਜ਼ਪੁਰ ਤੋਂ ਇੱਥੇ ਆਉਣਾ, ਰਿਪਰੈਜ਼ੈਂਟ ਕਰਨਾ, ਇੰਟਰਨੈਸ਼ਨਲ ਲੈਵਲ ਦੇ ਉੱਤੇ ਰਿਪਰੈਜ਼ੈਂਟ ਕਰਨਾ, ਜਿੱਥੇ ਤੁਹਾਡੇ ਪੇਰੈਂਟਸ ਦਾ ਵੱਡਾ ਹੱਥ ਹੈ ਉੱਥੇ ਤੁਹਾਡੀ ਆਪਣੀ ਮਿਹਨਤ ਹੈ। ਇਸ ਦੇ ਨਾਲ ਸਕੂਲ ਦਾ ਵੀ ਉਨਾ ਹੀ ਵੱਡਾ ਹੱਥ ਹੁੰਦਾ। ਸੋ DC ਮਾਡਲ ਇੰਟਰਨੈਸ਼ਨਲ ਸਕੂਲ ਦੇ ਤੁਸੀਂ ਸਟੂਡੈਂਟ ਹੈਗੇ ਹੋ। ਸੋ ਜਦੋਂ ਸਕੂਲ ਨੂੰ ਪਤਾ ਲੱਗਿਆ ਕਿ ਯੂ ਆਰ ਰਿਪਰੈਜ਼ੈਂਟਿੰਗ देयर ਸਕੂਲ, ਨਾਟ देयर ਸਕੂਲ ਓਨਲੀ ਬਟ ਇੰਡੀਆ, ਸੋ ਕਿਵੇਂ ਉਹਨਾਂ ਦਾ ਰਿਐਕਸ਼ਨ ਸੀ? ਸਾਰਿਆਂ ਨੇ like everyone congratulated me and again everyone was just so proud and it is something which was very unique for them because I guess like everyone in the summit as well, they were just telling me that at this age doing this is, and that too choosing a very niche topic which has not been talked about in years. So it was just really nice, like everyone really praised that. ਅੱਛਾ, ਸਾਨੂੰ ਸਾਡੇ ਵਿਊਅਰਸ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਦੱਸੋ ਕਿ ਤੁਹਾਨੂੰ ਇਸ ਸਮਿਟ ਦੇ ਵਿੱਚ ਇਨਵੀਟੇਸ਼ਨ ਕਿਵੇਂ ਮਿਲਿਆ ਐਂਡ ਸਕਾਲਰਸ਼ਿਪ ਕਿਵੇਂ ਮਿਲੀ? Okay, so I was exploring things on LinkedIn and then ਉਹਨਾਂ ਦਾ ਜਿਹੜਾ ਇੱਕ ambassador ਆ, he used to put about Voice for Rights International Association there and ਉਹਨਾਂ ਦੇ ਜਦੋਂ ਮੈਂ LinkedIn explore ਕਰ ਰਹੀ ਸੀ, so ਮੈਨੂੰ about the Human Rights Summit ਪਤਾ ਲੱਗਾ, so I filled the form and ਉਹਦੇ 'ਚ there were certain questions about the human rights and the violations ਤਾਂ ਉਹਨਾਂ ਨੇ ਉੱਥੇ like ਪੁੱਛਿਆ ਸੀਗਾ ਕਿ ਤੁਹਾਡੇ ਮਤਲਬ ਤੁਸੀਂ ਇਹਦੇ 'ਚ like ਕਿੱਦਾਂ ਤੁਹਾਡਾ ਇੰਟਰਸਟ ਆ and then ਤੁਹਾਡਾ ਬੈਕਗਰਾਊਂਡ ਕੀ ਆ ਇਸ ਫੀਲਡ 'ਚ। so I've been a part of Model United Nations and ਫਿਰ ਮੈਂ ਮਤਲਬ ਉਹ ਸਾਰੀਆਂ ਮੇਰੀ ਪ੍ਰੋਫਾਈਲ ਜੋ ਵੀ ਸੀਗੀ like I got recorded in World Wide Book of Records and then and then ਹੋਰ ਵੀ ਜੋ ਵੀ ਮੇਰੀਆਂ ਅਚੀਵਮੈਂਟ ਸੀਗੀਆਂ ਉਹ ਸਾਰੀਆਂ ਲਿਸਟ ਕਰਨੀਆਂ ਸੀਗੀਆਂ because they need to see what exceptional are you giving to the table. So and there were certain questions which were related to the the whole summit, the theme of the summit and ਫਿਰ ਉਦੋਂ ਬਾਅਦ ਮੇਰੀ ਇੰਟਰਵਿਊ ਸੀਗੀ because ਉਹਨਾਂ ਨੇ ਪਹਿਲਾਂ ਐਪਲੀਕੇਸ਼ਨਸ ਜਿਹੜੀਆਂ ਸੀਗੀਆਂ ਉਹਨਾਂ 'ਚੋਂ ਸਿਲੈਕਟ ਕੀਤੇ and then there was the interview and interview ਤੋਂ ਬਾਅਦ they took the decision, they also asked me certain questions ਕਿ
ਮਤਲਬ ਤੁਸੀਂ ਕਿਉਂ ਸਕਾਲਰਸ਼ਿਪ ਵਾਸਤੇ ਕਿਉਂ ਅਪਲਾਈ ਕਰ ਰਹੇ ਹੋ, ਐਂਡ ਦੈਨ ਤੁਸੀਂ ਕੀ ਐਕਸੈਪਸ਼ਨਲ ਦੇ ਰਹੇ ਹੋ, ਐਂਡ ਦੈਨ ਕੀ ਤੁਹਾਡਾ ਲਾਈਕ ਤੁਸੀਂ ਕੀ ਟੌਪਿਕ ਜਿਹੜਾ ਹੈਗਾ ਤੁਸੀਂ ਕੀ ਰੇਜ਼ ਕਰੋਗੇ। ਸੋ ਦੇ ਆਸਕ ਮੀ ਦੋਜ਼ ਕੁਐਸਚਨਸ, ਐਂਡ ਦੈਨ ਉਦੋਂ ਬਾਅਦ ਜਦੋਂ ਇੰਟਰਵਿਊ ਹੋ ਗਈ ਸੀਗੀ ਤਾਂ ਫਿਰ ਉਹਨਾਂ ਨੇ ਮੈਨੂੰ ਡਿਸੀਜਨ ਦਿੱਤਾ ਕਿ ਲਾਈਕ ਵੀ ਆਰ ਇਨਵਾਈਟਿੰਗ ਯੂ ਵਿਦ ਪਾਰਸ਼ਲ ਸਕਾਲਰਸ਼ਿਪ। ਵੈਰੀ ਨਾਈਸ। ਤੇ ਇਸ ਤੋਂ ਬਾਅਦ ਜਦੋਂ ਤੁਸੀਂ ਟੌਪਿਕ ਚੁਣਨਾ ਸੀਗਾ ਐਂਡ ਯੂ ਚੋਜ਼ ਜਿਹੜੇ ਸਰਹੱਦ ਤੇ ਕਿਸਾਨ ਰਹਿੰਦੇ ਨੇ, ਬਾਰਡਰ ਦੇ ਉੱਤੇ ਫਾਰਮਰਸ ਰਹਿੰਦੇ ਨੇ, ਵਾਈ ਯੂ ਚੋਜ਼ ਦੈਟ ਟੌਪਿਕ? If I tell you in one line, because it personally resonates with me. And ਇਹਦੇ 'ਚ like my father and my sister, they guided me through all of that, because ਸਾਡੇ ਮਤਲਬ ਜੇ ਮੈਂ ਤੁਹਾਨੂੰ ਦੱਸਾਂ ਕਿ about the whole ਕਿ ਮੈਂ ਇਹ ਕਿਉਂ ਚੂਜ਼ ਕੀਤਾ and then why does it need to be talked about, ਤਾਂ ਉਹਦੇ like there are a few reasons, because ਜਿਹੜੇ ਬਾਰਡਰ ਟਾਊਨ ਦੇ ਲੋਕ ਆ ਉਹਨਾਂ ਨੂੰ ਪਹਿਲਾਂ ਹੀ they are not getting a lot of things, there is very less development in the border regions, and ਇਹ ਸਿਰਫ like ਪੰਜਾਬ ਜਾਂ ਕਿਸੇ particular state ਜਾਂ ਕਿਸੇ particular city ਬਾਰੇ ਨਹੀਂ ਹੈ, ਇਹ all the border regions across the world ਉਹਨਾਂ ਬਾਰੇ, right? So there was no development and all of that, but then also ਸਾਡਾ like ਸਾਡੀ ਜ਼ਮੀਨ ਆ on that land, and if we go back to the history, and then ਉਹਦੇ 'ਚ 1947 'ਚ ਜੋ ਵੀ refugees ਸੀਗੇ and then all the people who were already there in in Punjab, in India, ਤਾਂ ਉਹਨਾਂ ਨੂੰ like there was a barren land, it was like ਪੂਰੀ ਬੰਜਰ ਜ਼ਮੀਨ ਸੀਗੀ, ਐਂਡ ਉਹਨਾਂ ਨੇ ਉਹ ਜਿਹੜਾ ਲੈਂਡ ਸੀਗਾ it is about 11,000 acres, like the exact count is 10,400 acres, ਤੇ ਉਹ ਸਾਰਾ ਜਿਹੜਾ ਲੈਂਡ ਆ it was a barren land, and ਉਹਦੇ ਤੇ ਉਹਨਾਂ ਨੇ from scratch ਮਤਲਬ they did not like ਉਹਨਾਂ ਨੂੰ ਕੋਈ ਰਿਸੋਰਸਿਸ ਨਹੀਂ ਸੀਗੇ, ਬਿਲਕੁਲ ਜ਼ੀਰੋ ਤੋਂ ਉਹਨਾਂ ਨੂੰ ਇੱਕ ਸੋਰਸ ਆਫ ਇਨਕਮ ਕ੍ਰੀਏਟ ਕਰਨਾ ਪਿਆ, ਜਿਹਦੇ 'ਚ ਉਹਨਾਂ ਨੇ ਉਸ ਬੈਰਨ ਲੈਂਡ ਨੂੰ ਟਰਾਂਸਫਾਰਮ ਕੀਤਾ ਐਗਰੀਕਲਚਰਲ ਲੈਂਡ 'ਚ, ਐਂਡ ਇਹ ਲਾਈਕ 70 years ਪੁਰਾਣੀ ਗੱਲ ਆ। ਸੋ ਜਿਹੜੀ ਅੱਜ ਜਨਰੇਸ਼ਨਸ ਇਸ ਪ੍ਰੋਬਲਮ ਨੂੰ ਫੇਸ ਕਰ ਰਹੇ ਆ that they don't have the rights, the ownership rights of that particular land, they made ਮਤਲਬ ਪੰਜਾਬ it's a major agricultural state, and ਉਹਨਾਂ ਨੇ ਉੱਥੋਂ ਦੀ ਲੈਂਡ ਦੇ ਰਹੇ ਹਨ 11,000 ਏਕੜ is not a small count, ਤੇ ਉਹਨਾਂ ਨੂੰ ਉਹਦੇ ownership rights ਹੀ ਨਹੀਂ ਹੈ। ਸੋ and also the problem is ਕਿ 2009 'ਚ there was Shromani Akali Dal, and ਉਹਨਾਂ ਨੇ because it was a regional party, so they talked about those people ਕਿ ਇੰਨੇ ਲੋਕ ਆ, there are about 7,000 people who are involved in that, and my family is one of them, and ਉਹਨਾਂ ਲੋਕਾਂ ਨੂੰ like rights ਨਹੀਂ ਮਿਲ ਰਹੇ। so Sardar Prakash Singh Badal and Sardar Sukhbir Singh Badal, they gave the rights in 2009, but in 2019 because the governments were changed, ਉਹਨਾਂ ਨੇ ਉਹ ਜਿਹੜੀ ਪਾਲਿਸੀ ਸੀਗੀ ਜਿਹਦੇ 'ਚ ਲੋਕਾਂ ਨੂੰ ownership rights ਦਿੱਤੇ ਗਏ ਸੀਗੇ, they withdrew that, and ਮਤਲਬ ਉਹ withdraw ਕਰ ਲਈ। ਤੇ ਉਦੋਂ ਬਾਅਦ the worst thing is ਕਿ 2023 'ਚ people they were asked to vacate that land, ਕਿ ਤੁਸੀਂ ਉਹ ਜਗ੍ਹਾ ਹੀ ਖਾਲੀ ਕਰ ਦਿਓ। ਤੇ ਮਤਲਬ ਆਪਾਂ ਜੇ ਸੋਚ ਕੇ ਦੇਖੀਏ ਕਿ 70 ਸਾਲਾਂ ਤੋਂ ਉਹਨਾਂ ਨੇ ਇੱਕ ਤਾਂ ਜ਼ਮੀਨ ਬਣਾਈ, ਉਹਦੇ ਤੋਂ ਉਹਨਾਂ ਦਾ ਓਨਲੀ ਸੋਰਸ ਆਫ ਇਨਕਮ ਆ, ਤੇ ਜਿਹੜੇ ਫਾਰਮਰਸ ਹੈ they are about like 7,000 ਤੋਂ ਉੱਤੇ ਫਾਰਮਰਸ ਉਹਦੇ 'ਚ they have no right, ਤੇ ਉਹਨਾਂ ਨੂੰ like if I talk about ਕਿ ਮਤਲਬ ਇੱਕ ਤਾਂ ਜਦੋਂ 2023 'ਚ like forcibly with police they were asked to vacate the land, but then High Court, the Punjab and Haryana High Court, they put a pause on this, that they stopped that, ਪਰ ਲੋਕਾਂ 'ਚ ਹਜੇ ਵੀ ਡਰ ਆ because ਉਹਨਾਂ ਨੇ just ਉਹਨੂੰ stop ਕੀਤਾ, they can ਉਹਨੂੰ ਰਾਈਟ ਨਹੀਂ ਮਿਲੇ। ਹੇਜ਼ਲ, ਤੁਸੀਂ ਬਹੁਤ ਸੈਂਸਿਟਿਵ ਇਸ਼ੂ ਨੂੰ ਟੱਚ ਕੀਤਾ, ਕਿਉਂਕਿ ਇੱਕ ਫਾਰਮਰਸ ਦੀ ਗੱਲ ਹੋ ਗਈ, ਇੱਕ ਬਾਰਡਰ ਲੈਂਡ ਦੀ ਗੱਲ ਹੋ ਗਈ, ਫਿਰ ਇਹਦੇ ਵਿੱਚ ਗਵਰਨਮੈਂਟਸ ਇਨਵੋਲਵ ਹੈਗੀਆਂ ਨੇ, ਐਂਡ ਦੈਨ ਤੁਸੀਂ ਉਹ ਸਾਰਾ ਡੇਟਾ ਇਨਕਲੂਡ ਕਰਨਾ। ਤੁਸੀਂ 10,500 ਏਕੜ ਦੀ ਜਿਹੜੀ ਗੱਲ ਕਰ ਰਹੇ ਹੋ, ਜ਼ਮੀਨ ਦੀ ਗੱਲ 400 ਏਕੜ ਦੀ ਗੱਲ ਕਰ ਰਹੇ ਹੋ, ਉਹਦੇ ਨਾਲ ਨਾਲ ਤੁਸੀਂ ਇੱਕ ਪਾਰਟੀ ਦੀ ਵੀ ਗੱਲ ਕਰ ਰਹੇ ਹੋ, ਇਹਦੇ ਨਾਲ ਨਾਲ ਤੁਸੀਂ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਵੀ ਜਿਹੜਾ ਇਨਵੋਲਵ ਕੀਤਾ, ਹੋਰ ਬਹੁਤ ਸਾਰੀਆਂ ਚੀਜ਼ਾਂ ਇਨਕਲੂਡ ਕੀਤੀਆਂ ਨੇ। ਉਹ ਸਾਰੀ ਰਿਸਰਚ ਦੇ ਉੱਤੇ ਕਿੰਨਾ ਕੁ ਟਾਈਮ ਲੱਗਿਆ? it took a lot of time because ਉਹਨਾਂ ਨੇ ਸਾਨੂੰ like ਕਾਫੀ ਟਾਈਮ ਪਹਿਲਾਂ ਹੀ ਦੱਸਤਾ ਸੀਗਾ ਕਿ ਤੁਸੀਂ ਆਪਦਾ like speaking slot, ਜੇ ਤੁਸੀਂ ਉਹਦੇ ਵਾਸਤੇ if you want to be selected you will have to submit a lot of things, like ਉਹਦੇ 'ਚ ਤੁਸੀਂ outline ਦੇਣੀ ਆ ਕਿ ਤੁਸੀਂ ਕੀ topic choose ਕਰ ਰਹੇ ਹੋ, resources ਵੀ list down ਕਰਨੇ ਆ। so ਮੈਂ ਇਹਦੇ ਵਾਸਤੇ like of course my family is deeply like they are personally connected with this topic, so the first person I reached out to was my dad,
and then ਮੈਂ ਉਹਨਾਂ ਤੋਂ ਜੋ ਵੀ ਉਹਨਾਂ ਨੇ ਪ੍ਰੋਬਲਮਸ ਫੇਸ ਕੀਤੀਆਂ like I got all of that, and then I did my own research ਜਿਹਦੇ 'ਚ ਮੈਨੂੰ ਪਤਾ ਲੱਗਾ ਕਿ like 2009 'ਚ policy ਸੀਗੀ, and then ਫਿਰ ਉਹਨੂੰ ਮਤਲਬ withdraw ਕਰ ਲਏ rights ਲੋਕਾਂ ਨੂੰ ਦਿੱਤੇ ਵੀ ਗਏ ਸੀਗੇ, and then ਲਾਲ ਬਹਾਦੁਰ ਸ਼ਾਸਤਰੀ ਜੀ ਬਾਰੇ ਵੀ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਗ੍ਰੀਨ ਰੈਵੋਲਿਊਸ਼ਨ ਜਦੋਂ ਹੋਈ ਕਿ ਤੁਸੀਂ ਪੰਜਾਬ ਨੂੰ ਮਤਲਬ ਤੁਸੀਂ ਪੂਰੇ ਭਾਰਤ ਨੂੰ ਅੰਨ ਦਿਓ ਐਂਡ ਤੁਹਾਨੂੰ ਅਸੀਂ ਰਾਈਟਸ ਦੇਵਾਂਗੇ, ਪਰ ਅਸੀਂ ਜਦੋਂ ਮਤਲਬ ਮੈਂ ਮੇਰੀ ਸਿਸਟਰ ਵੀ ਵੈਂਟ ਟੂ ਦ ਗਰਾਊਂਡ ਲੈਵਲ, ਅਸੀਂ ਜਿਹੜੀ ਉਹ ਮਤਲਬ ਅਸੀਂ ਜਾਣੇ ਹੀ ਰਹਿੰਦੇ ਹਾਂ ਬਿਕੋਜ਼ ਸਾਡੀ ਜ਼ਮੀਨ ਆ ਉੱਥੇ, ਐਂਡ ਦੈਨ ਉੱਥੇ ਜਦੋਂ ਲੋਕਾਂ ਨਾਲ ਗੱਲ ਕੀਤੀ ਮਤਲਬ ਮੈਂ ਇੱਕ ਪ੍ਰੋਪਰ ਇੱਕ ਵੀਡੀਓ ਕ੍ਰੀਏਟ ਕੀਤੀ ਸੀਗੀ ਜਿਹਦੇ 'ਚ ਉਹ ਲੋਕ ਆਪ ਦੱਸ ਰਹੇ ਹੈ ਕਿ ਵੀ ਸਾਡੇ ਨਾਲ ਕੀ ਹੋ ਰਿਹਾ, ਮਤਲਬ ਦੇ ਆਰ ਨਾਟ ਐਲੀਜੀਬਲ ਫॉर ਐਨੀ ਕਾਈਂਡ ਆਫ ਲੋਨਸ, they are facing the wars, they are facing the floods, they are like a part of a huge crisis every time, and they don't get any subsidies, they don't get any compensations, and ਉਹਨਾਂ ਦੇ ਬੱਚਿਆਂ ਨੇ ਜੇ ਪੜ੍ਹਨਾ ਹੈ ਮਤਲਬ ਪੰਜਾਬ ਚੋਂ ਲਾਈਕ ਕਾਫੀ ਲੋਕ ਬਾਹਰ ਵੀ ਆ ਕੇ ਪੜ੍ਹਦੇ ਆ, ਐਂਡ ਦੇ ਜੇ ਉਹ ਵੈਲ ਟੂ ਡੂ ਫੈਮਲੀਜ਼ ਚੋਂ ਨਹੀਂ ਆ ਤੇ ਉਹਨਾਂ ਨੇ ਜੇ ਕੋਈ ਸਟੱਡੀ ਲੋਨ ਵੀ ਲੈਣਾ ਤੇ ਉਹਦੇ ਵਾਸਤੇ ਵੀ ਉਹਨਾਂ ਦੇ ਬੱਚੇ ਜਿਹੜੇ ਹੈਗੇ ਐਲੀਜੀਬਲ ਨਹੀਂ ਹੈ, ਕਿਉਂਕਿ ਉਹ ਜੇ ਕਿਸੇ ਵੀ ਇੰਸਟੀਟਿਊਸ਼ਨ ਨੂੰ ਬੈਂਕ ਕੋਲ ਜਾਂ ਕੋਈ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਉਹਨਾਂ ਕੋਲ ਜਾ ਕੇ ਉਹ ਦਿਖਾਉਂਦੇ ਆ ਕਿ ਸਾਡੇ ਕੋਲ ਆ ਪ੍ਰੋਪਰਟੀ ਹੈ ਲਾਈਕ ਮੇਬੀ ਐਜ਼ ਅ ਕੋਲੈਟਰਲ ਔਰ ਸਮਥਿੰਗ ਲਾਈਕ ਦੈਟ, ਤੇ ਉਹ ਕਹਿੰਦੇ ਤੁਹਾਡੀਆਂ ਜ਼ਮੀਨਾਂ ਹੀ ਕੱਚੀਆਂ ਸੀ, ਤੁਹਾਨੂੰ ਕਿੱਦਾਂ ਦੇ ਦਈਏ ਲੋਨ, ਤੇ ਉਹ ਮਤਲਬ ਦਿਸ ਇਜ਼ ਲਾਈਕ ਟੋਟਲੀ ਅ ਹਿਊਮਨ ਰਾਈਟਸ ਵਾਇਓਲੇਸ਼ਨ। ਦੇयर इज नो ਲਾਈਕ ਇਹ ਕਹਿ ਸਕਦੇ ਹਾਂ ਕਿ ਕੋਈ ਇਸ ਤਰ੍ਹਾਂ ਦਾ ਕੋਈ ਰਾਈਟ ਦੇਣ ਦੇ ਲਈ ਕੋਈ ਉਹਨਾਂ ਕੋਲ ਪਲੇਟਫਾਰਮ ਨਹੀਂ ਹੈ ਜਾਂ ਜਿੱਥੇ ਉਹ ਜਾ ਸਕਦੇ ਆ, ਬਟ ਸਟਿਲ ਹਿਊਮਨ ਰਾਈਟਸ ਦੀ ਆਪਾਂ ਗੱਲ ਕਰ ਰਹੇ ਹਾਂ, ਬਟ ਯੂ ਟੁਕ ਦ ਟੌਪਿਕ ਜਿਹਦੇ ਵਿੱਚ ਫਾਰਮਰਸ ਦੀ ਗੱਲ ਹੋ ਰਹੀ ਹੈ ਐਂਡ ਯੂ ਬਿਲੀਵ ਦੈਟ ਇਟਸ ਡਾਇਰੈਕਟਲੀ ਕਨੈਕਟਡ ਟੂ ਈਚ ਅਦਰ, ਹਿਊਮਨ ਰਾਈਟਸ ਐਂਡ ਫਾਰਮਰਸ ਇਸ਼ੂ, ਬਿਕਾਜ਼ farmers are humans eventually, like after all, right? So farmers ਨਾਲ ਜੇ ਇੱਦਾਂ ਹੋ ਰਿਹਾ, so it's a big thing because ਜੇ ਆਪਾਂ human rights ਦੇਖੀਏ ਜਿਹੜੇ violate ਹੋ ਰਿਹਾ, it's right to property, right to equality, and there are a lot of other rights as well which are resonating with it. So like of course it is a very big human rights violation which is taking place because ਲੋਕ ਇੰਨਾ ਕੁਛ ਤੁਹਾਡੇ ਲਈ ਕਰ ਰਹੇ ਆ for everything, for every party, for the whole like India, because I said it earlier as well ਕਿ ਪੰਜਾਬ ਇੱਕ ਬਹੁਤ ਹੀ agricultural like state ਹੈਗੀ ਹੈ, ਤੇ ਸਟਿਲ ਲੋਕਾਂ ਨਾਲ ਜੇ ਇੱਦਾਂ ਹੋ ਰਿਹਾ ਤਾਂ ਲਾਈਕ ਆਫ ਕੋਰਸ ਇਟ ਇਜ਼ ਅ ਹਿਊਮਨ ਰਾਈਟਸ ਵਾਇਓਲੇਸ਼ਨ। ਪੰਜਾਬ ਮੈਨੂੰ ਲੱਗਦਾ ਪੂਰੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਡਿਊਸ ਜੇ ਕੋਈ ਕਰ ਰਿਹਾ ਹੈਗਾ ਫਾਰਮਿੰਗ ਦੇ ਵਿੱਚ ਉਹ ਤਾਂ ਪੰਜਾਬ ਹੀ ਹੈ, ਬਟ ਪੰਜਾਬ ਨੂੰ ਹੀ ਵਾਂਝੇ ਰੱਖਿਆ ਜਾਂਦਾ, ਦੈਟਸ ਅ ਸੈਪਰੇਟ ਇਸ਼ੂ ਐਜ਼ ਵੈਲ। ਇਹਦੇ ਉੱਤੇ ਤੁਸੀਂ ਬਹੁਤ ਸੋਹਣੀ ਗੱਲ ਕਰ ਰਹੇ ਹੋ, ਐਟ ਯੰਗ ਏਜ ਤੁਸੀਂ ਇੰਨੀ ਪੋਲੀਟੀਕਲ ਨੌਲੇਜ ਰੱਖ ਰਹੇ ਹੋ, ਦੈਟਸ ਇਨਕ੍ਰੈਡੀਬਲ। ਪਰ ਇਹਦੇ ਨਾਲ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਪੰਜਾਬ ਦੇ ਇਸ਼ੂਜ਼ ਨੂੰ, ਫਾਰਮਰਸ ਦੇ ਇਸ਼ੂ ਨੂੰ ਸਮਝਾਉਣਾ ਤੁਹਾਡੇ ਲਈ ਕਿੰਨਾ ਚੈਲੰਜਿੰਗ ਸੀਗਾ? ਮੈਨੂੰ ਲੱਗਦਾ ਹੈ ਇੱਕ ਪ੍ਰੋਪਰ ਪ੍ਰੈਜੈਂਟੇਸ਼ਨ ਸੀਗੀ ਜਿਹਦੇ 'ਚ ਆਈ ਕਨੈਕਟਡ ਦ ਡੋਟਸ, ਲਾਈਕ ਮੈਂ ਇੱਕ ਗਲੋਬਲ ਪਰਸਪੈਕਟਿਵ ਪਹਿਲਾਂ ਪ੍ਰੈਜ਼ੈਂਟ ਕੀਤਾ ਸੀਗਾ ਕਿ ਬਹੁਤ ਸਾਰੇ ਬਾਰਡਰਸ ਆ, ਬਾਰਡਰ ਟਾਊਨਸ ਆ ਜਿਹਦੇ ਆਪਦੇ ਕੋਈ ਨਾ ਕੋਈ ਸਪੈਸੀਫਿਕ ਇਸ਼ੂਜ਼ ਹੋਣਗੇ। ਜੇ ਆਪਾਂ ਕਾਮਨ ਇਸ਼ੂਜ਼ ਦੇਖੀਏ ਉਹ ਬਹੁਤ ਸਾਰੇ, ਜਿੱਦਾਂ ਡਿਵੈਲਪਮੈਂਟ ਨਹੀਂ ਹੈ, ਇਨਫਰਾਸਟਰਕਚਰ ਨਹੀਂ ਹੈ, ਜਾਂ ਕੋਈ ਵੀ ਓਪਰਚੁਨਿਟੀਜ਼ ਨਹੀਂ ਹੈ, ਬਟ ਜੇ ਆਪਾਂ ਉਹਨੂੰ ਥੋੜ੍ਹਾ ਗਰਾਊਂਡ ਲੈਵਲ 'ਤੇ ਆ ਕੇ ਕੋਈ ਵੀ ਇੱਕ ਪਰਟੀਕੂਲਰ ਬਾਰਡਰ ਰੀਜਨ ਹੈ, ਹੁਣ ਮੈਂ ਫਿਰੋਜ਼ਪੁਰ ਤੋਂ ਹਾਂ ਅਤੇ ਮੇਰੇ ਟਾਊਨ ਦਾ ਇੱਕ ਸਪੈਸੀਫਿਕ ਰੀਜਨ ਸੀਗਾ, ਤਾਂ ਮੈਂ ਉਹ ਪ੍ਰੋਪਰਲੀ ਪ੍ਰੈਜੈਂਟੇਸ਼ਨ ਨੂੰ ਹੀ ਇੱਦਾਂ ਫਰੇਮ ਕੀਤਾ ਕਿ the person could get that. And you know what, like at the summit there were people of maybe 33 years they sige, and there was a person from Nigeria, he was 33 years old and he told me jado meri presentation hogi udo baad he reached out to me personally, and he was not the only one, like everyone there praised me because they said that you gave something like, you know, out of the box. And he reached out to me personally and he said कि मैं government च काम कीता होया, like at his you know like wherever he lived, ਤੇ ਉਹ ਕਹਿੰਦੇ ਕਿ ਵੀ ਮੈਂ ਹੁਣ ਜਦੋਂ ਮੈਂ ਜਿਹੜੇ summits attend ਕਰ ਰਿਹਾ they are only to look at what people are doing, ਤੇ ਉਹ ਕਹਿੰਦੇ ਕਿ ਤੁਸੀਂ ਜਿੱਦਾਂ ਮਤਲਬ ਇੱਕ ਪ੍ਰੋਪਰਲੀ ਪ੍ਰੋਬਲਮ ਨੂੰ ਫਰੇਮ ਕੀਤਾ ਐਂਡ ਉਹਨੂੰ ਪ੍ਰੈਜ਼ੈਂਟ ਕੀਤਾ, that was incredible. And he said ਕਿ ਜਿਹੜੀ ਤੁਸੀਂ ਆਪਦੇ representation ਦਿੱਤੀ to your town, to your country, to your state, it was really nice. And you got an award too. Yeah, of the youngest international delegate. So ਸਭ ਤੋਂ youngest ਤੁਸੀਂ represent ਕਰ ਰਹੇ ਸੀ, ਆਪਾਂ ਸਕਰੀਨ ਦੇ ਉੱਤੇ ਤੁਹਾਡੀ ਟਰੋਫੀ ਵੀ ਦੇਖ ਰਹੇ ਹਾਂ, ਤੁਹਾਡਾ ਸਰਟੀਫਿਕੇਟ ਵੀ ਦੇਖ ਰਹੇ ਹਾਂ, ਐਂਡ ਤੁਹਾਡੇ ਵਰਗੇ ਸਟੂਡੈਂਟਸ ਦੀ ਆਲਵੇਜ਼ ਕਹਿੰਦੇ ਆ ਕਿ ਯੰਗਸਟਰਸ ਆਰ ਦ ਫਿਊਚਰ ਆਫ ਦ ਐਨੀ ਕੰਟਰੀ। ਸੋ ਤੁਹਾਡੇ ਵਿੱਚੋਂ ਸਾਨੂੰ ਸਾਡਾ ਫਿਊਚਰ ਜਿਹੜਾ ਉਹ ਦਿਖਦਾ। ਪਰ ਇਹਦੇ ਨਾਲ ਨਾਲ ਜਦੋਂ ਅਸੀਂ ਕਹਿੰਦੇ ਆ ਕਿ ਵੈਨਕੂਵਰ ਦੇ ਵਿੱਚ ਤੁਸੀਂ ਆਏ ਆ ਐਂਡ ਪੰਜਾਬ ਦੇ ਵਿੱਚੋਂ ਆ ਕੇ ਵੈਨਕੂਵਰ ਦੇ ਵਿੱਚ ਰਿਪਰੈਜ਼ੈਂਟ ਕਰਨਾ, ਉਹਨੇ ਤੁਹਾਡੀ ਲਾਈਫ ਨੂੰ ਕਿਵੇਂ ਇੰਪੈਕਟ ਕੀਤਾ? ਹੁਣ ਸਭ ਤੋਂ ਪਹਿਲਾਂ ਤਾਂ ਐਕਸਪੋਜ਼ਰ, ਲਾਈਕ ਆਮ ਗੈਟਿੰਗ
like exposure of like a lot of things कि ਉੱਥੇ ਮੈਂ connections ਬਹੁਤ ਸਾਰੇ build ਕੀਤੇ and then of course ਮੈਂ ਮਤਲਬ ਮੈਨੂੰ ਲੱਗਦਾ ਹੈ ਕਿ it has given me a lot this whole experience ਕਿ ਮੈਨੂੰ ਸਿਰਫ ਆਪਦੇ ਜੋ ਵੀ ਮੇਰਾ ਟਾਊਨ ਹੈ ਉਹਦੀਆਂ ਪ੍ਰੋਬਲਮਸ ਨਹੀਂ ਮੈਂ ਪ੍ਰੈਜ਼ੈਂਟ ਕੀਤਾ ਮੈਂ ਉੱਥੇ ਲਾਈਕ 40 ਦੇਸ਼ਾਂ ਦੇ ਪਰਸਪੈਕਟਿਵ ਸੁਣੇ ਐਂਡ ਐਕਚੁਅਲ 'ਚ ਪਤਾ ਲੱਗਦਾ ਹੈ ਕਿ when you come to these kind of summits ਕਿ like what is going on around the world and then ਤੁਸੀਂ ਲੋਕਾਂ ਨੂੰ ਦੱਸਦੇ ਹੋ ਆਪਦੇ ਬਾਰੇ so they tell you about their issues like there were people from Ukraine from a lot of other countries as well so ਉਹਨਾਂ ਦੀਆਂ ਆਪਦੀਆਂ issues they are you know facing ਐਂਡ ਉਹਨੂੰ ਡਿਸਕਸ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ ਐਂਡ ਤੁਹਾਨੂੰ ਅਵੇਅਰਨੈਸ ਜਿਹੜੀ ਉਹ ਹੋਣੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਜੇ ਖੁਦ ਨੂੰ ਅਵੇਅਰਨੈਸ ਨਹੀਂ ਕਿ ਮੈਂ ਕੀ ਬੋਲ ਰਹੀ ਹਾਂ ਉੱਥੇ ਜਾ ਕੇ ਮੈਂ ਕੀ ਰਿਪਰੈਜ਼ੈਂਟ ਕਰ ਰਹੀ ਹਾਂ ਈਵਨ ਤੁਸੀਂ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਤਿਆਰੀ ਕੀਤੀ ਹੈ ਇਟਸ ਇਨਕ੍ਰੈਡੀਬਲ ਟੋਟਲੀ ਇਨਕ੍ਰੈਡੀਬਲ ਯੂਥ ਜਿੰਨਾ ਵੀ ਸਾਨੂੰ ਦੇਖ ਰਿਹਾ ਸੋ ਜਿਹੜੇ ਚਾਹੁੰਦੇ ਆ ਕਿ ਅਸੀਂ ਇਸ ਤਰ੍ਹਾਂ ਦੇ ਪਲੇਟਫਾਰਮ ਤੇ ਜਾਈਏ ਸੋ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੋਏਗਾ ਮੇਰਾ ਬਸ ਇਹ ਮੈਸੇਜ ਆ ਕਿ pick up the issues which really needs to be talked about and just do something which is actually benefiting the people it's benefiting you and just keep yourselves matlab just tusi aapde aap nu present karo and like talk about issues and feel free to you know like don't just bound yourself just expose yourself to everything so ਜਿੰਨਾ ਤੁਸੀਂ ਕਰ ਸਕਦੇ ਹੋ ਉਸ ਤੋਂ ਜ਼ਿਆਦਾ ਆਪਣੀਆਂ ਬਾਉਂਡਰੀਜ਼ ਸੈੱਟ ਨਾ ਕਰੋ if you don't limit yourself so boundaries self ਜਿਹੜੀਆਂ ਨੇ ਉਹ ਸੈੱਟ ਨਹੀਂ ਕਰਨੀਆਂ ਚਾਹੀਦੀਆਂ ਬਟ ਜਿਵੇਂ ਮੈਂ ਤੁਹਾਨੂੰ ਦੇਖ ਰਹੀ ਹਾਂ ਹੇਜ਼ਲ the way you are talking the way you are representing yourself ਆਉਣ ਵਾਲੇ ਸਮੇਂ ਦੇ ਵਿੱਚ ਪੋਲੀਟੀਕਲ ਪਾਰਟੀਜ਼ ਦੇ ਵਿੱਚ ਜਾਂ ਫਿਰ ਕੋਈ ਐਕਟਿਵਿਸਟ ਜਾਂ ਕੁਝ ਇਦਾਂ ਦਾ ਕੁਝ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ I don't have anything to say about that right now. Maybe. Okay. You never know. Don't have any aim right now. Yeah, I do. I mean, I am from a commerce background and that's why I think maybe economics and then I'm interested in international relations as well and then not in like properly in politics like in governments and all of that stuff but yeah, definitely a human rights activist could be a part of the list. ਇਨਕ੍ਰੈਡੀਬਲ ਬਹੁਤ ਵਧੀਆ ਕਿ ਤੁਹਾਡੇ ਵਰਗੇ ਯੰਗਸਟਰ ਇੰਨਾ ਸੋਹਣਾ ਕੰਮ ਕਰ ਰਹੇ ਹੋ ਇੱਕ ਵਾਰੀ ਫਿਰ ਤੋਂ ਤੁਹਾਨੂੰ ਕੰਗ੍ਰੈਚੁਲੇਸ਼ਨਸ ਤੁਹਾਡੇ ਪੇਰੈਂਟਸ ਨੂੰ ਐਂਡ ਯੂ ਆਰ ਮੇਕਿੰਗ everyone proud ਜਿੰਨੇ ਵੀ ਚਾਹੇ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਰਹਿ ਰਹੇ ਹਾਂ ਪਰ ਜਦੋਂ ਹੀ ਇੰਡੀਆ ਦੀ ਗੱਲ ਖਾਸ ਕਰਕੇ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਅਸੀਂ ਹੋਰ ਪ੍ਰਾਊਡ ਹੋ ਜਾਂਦੇ ਹਾਂ ਐਂਡ ਯੂ ਗਾਈਜ਼ ਆਰ ਡੂਇੰਗ ਬਹੁਤ ਵਧੀਆ ਜੌਬ ਕਰ ਰਹੇ ਹੋ ਵੈਰੀ ਵੈਰੀ ਗੁੱਡ ਜੌਬ ਐਂਡ ਦੇ ਉੱਤੇ ਮੈਸੇਜ ਕੀ ਹੈ ਜੀ just I don't know, maybe just talk about issues and don't limit yourself again. That's what I have. I'll just say that. Yeah. Good luck, best wishes, keep up the good work. Thank you so much. Thank It's you really so nice talking to you. Thank you so much. ਬਿਲਕੁਲ ਹੇਜ਼ਲ ਦੇ ਨਾਲ ਗੱਲ ਹੋਈ ਹੈ ਜਿਹੜੇ ਰਿਪਰੈਜ਼ੈਂਟ ਕਰ ਰਹੇ ਸੀ ਇੰਡੀਆ ਨੂੰ ਕੱਲੀ ਇੱਕ ਇਹੋ ਜਿਹੀ ਕੁੜੀ ਜਿਹੜੀ ਕਿ ਸਾਨੂੰ ਰਿਪਰੈਜ਼ੈਂਟ ਕਰ ਰਹੀ ਹੈ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਐਂਡ ਸੈਂਸਿਟਿਵ ਇਸ਼ੂ ਜਿਹਦੇ ਉੱਤੇ ਬਹੁਤ ਘੱਟ ਲੋਕ ਗੱਲ ਕਰਦੇ ਆ ਉਸ ਨੂੰ ਪੂਰੇ ਦੁਨੀਆ ਦੇ ਮਸਲਿਆਂ ਦੇ ਨਾਲ ਜੋੜ ਕੇ ਤੇ ਫਿਰ ਉਸ ਰੀਜਨ ਦੀ ਗੱਲ ਕਰਨੀ ਬਹੁਤ ਵੱਡੀ ਗੱਲ ਹੈ UBC ਦੇ ਵਿੱਚ ਇਹ ਸਮਿਟ ਹੋਇਆ ਸੀ ਉਸ ਦੇ ਵਿੱਚ ਇਹਨਾਂ ਦੀ ਸਪੀਚ ਹੈ ਅਸੀਂ ਉਹ ਐਂਡ ਦੇ ਉੱਤੇ ਪਲੇ ਜ਼ਰੂਰ ਕਰਾਂਗੇ ਸਾਡੇ ਕੋਲ ਛੋਟੀ ਜਿਹੀ ਸਪੀਚ ਹੈਗੀ ਹੈ ਉਹਦੀ ਛੋਟੀ ਜਿਹੀ ਵੀਡੀਓ ਆ ਉਹਨੂੰ ਪਲੇ ਕਰਾਂਗੇ ਤੇ ਨਾਲ ਇਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈਗੀ ਹੈ ਆਪਣੇ ਬੱਚਿਆਂ ਨੂੰ ਇਹ ਵੀਡੀਓ ਇਹ ਜਿਹੜੀ ਗੱਲਬਾਤ ਜ਼ਰੂਰ ਸੁਣਾਇਓ ਤਾਂ ਕਿ ਜਿਹੜੇ ਉਹ ਬੱਚੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਖੁਆਇਸ਼ ਹੈ ਕਿ ਉਹ ਇਸ ਤਰੀਕੇ ਦੇ ਨਾਲ ਟੌਪਿਕ ਅੱਗੇ ਰੱਖਣਾ ਚਾਹੁੰਦੇ ਨੇ ਗੱਲਬਾਤ ਕਰਨੀ ਚਾਹੁੰਦੇ ਨੇ ਉਹਨਾਂ ਨੂੰ ਇਨਸਪੀਰੇਸ਼ਨ ਮਿਲ ਸਕੇ ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਹਾਂਗੇ ਦੇਖਦੇ ਰਹੋ ਸਾਂਝਾ TV ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ In 2009, under the Akali Dal government, which was led by Sardar Prakash Singh Badal and Sardar Sukhbir Singh Badal, a policy was introduced in which the ownership of the land were given to the people. However, in 2019, that policy was withdrawn under a subsequent state government, reversing that progress. The uncertainty deepened further in 2023 when residents were issued notices directing them to vacate the land they had lived on for ages. The Punjab and Haryana High Court later stayed these notices, allowing families to remain on their land for now, but the fear remains. And this is where this issue moves beyond administration and enters the space of human rights. The Universal Declaration of Human Rights affirms Article 17, the right to own property, Article 23, the right to work and livelihood, Article 25, the right to an adequate standard of living and security, Article 2, the right to equality and non-discrimination.
When ownership remains unresolved, these rights are affected simultaneously. Today, thousands of families are still waiting because human rights are not violated only through violence. Sometimes they are violated through silence, through delays, through invisibility. And this is not a call for sympathy, it is a call for recognition. No community should spend generations rebuilding life after displacement. And today, as a voice from a border region, I'm asking one final question. If human rights are truly universal, why do they still become uncertain at the margins? Thank you.